ਮੋਰਨਿੰਗ ਬੇਟਾ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ਬਜਟ ਵਾਲਾ ਚੈਪਟਰ ਕਰ ਰਹੇ ਸੀਗੇ, ਠੀਕ ਹੈ ਜੀ। ਬਜਟ ਦੇ ਵਿੱਚ ਆਪਾਂ ਬਜਟ ਕੰਪੋਨੈਂਟਸ ਕਰ ਚੁੱਕੇ ਹਾਂ ਜੀ ਆਲਰੇਡੀ, ਠੀਕ ਹੈ ਜੀ। ਬਜਟ ਕੰਪੋਨੈਂਟਸ ਮੀਨਸ ਜੇ ਬਜਟ ਰਿਸਿਪਟਸ ਐਂਡ ਬਜਟ ਪੇਮੈਂਟਸ ਮੀਨਸ ਐਕਸਪੈਂਡੀਚਰ, ਠੀਕ ਹੈ ਜੀ। ਦੋਨੋਂ ਕੰਪੋਨੈਂਟਸ ਆਪਾਂ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਠੀਕ ਹੈ ਜੀ। ਨੈਕਸਟ ਬੇਟਾ ਆਪਾਂ ਕਰਨ ਜਾ ਰਹੇ ਹਾਂ ਬਜਟ ਡੈਫੀਸਿਟ, ਵੈਰੀ ਇੰਪੋਰਟੈਂਟ ਟੋਪਿਕ, ਠੀਕ ਹੈ ਜੀ। ਇਹ ਮੋਸਟ ਆਫ ਦ ਟਾਈਮ ਤੁਹਾਡੇ ਕੁਐਸਚਨਸ ਦੇ ਵਿੱਚ ਰਿਪੀਟ ਹੋਇਆ ਵਾ। ਲਾਸਟ ਈਅਰ ਜੋ ਵੀ ਤੁਹਾਡੇ +2 ਦੇ ਫਾਈਨਲ ਬੋਰਡ ਦੇ ਐਗਜ਼ਾਮ ਸੀਗੇ ਉਹਨਾਂ ਦੇ ਵਿੱਚ ਬਹੁਤ ਵਾਰੀ ਇਹ ਕੁਐਸਚਨ ਰਿਪੀਟ ਹੋਇਆ, ਠੀਕ ਹੈ ਜੀ। ਬਜਟ ਡੈਫਿਸਿਟ ਮੀਨਸ ਐਂਡ ਮੈਜਰਸ ਟੂ ਕੰਟਰੋਲ ਡੈਫਿਸਿਟ ਬਜਟ, ਠੀਕ ਹੈ ਜੀ। ਇਹ ਦੋਨੋਂ ਕੁਐਸਚਨ ਬਹੁਤ ਹੀ ਇੰਪੋਰਟੈਂਟ ਨੇ, ਠੀਕ ਹੈ ਜੀ। ਇਸ ਕਰਕੇ ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ। ਫਸਟ ਆਫ ਆਲ ਆਪਾਂ ਡੈਫੀਨੇਸ਼ਨ ਦੇਖਦੇ ਬੇਟਾ। ਡੈਫੀਨੇਸ਼ਨ ਦੇ ਵਿੱਚ ਬੇਟਾ ਕਿਹਾ ਗਿਆ ਵਾ, ਹਾਂਜੀ, when the budget expenditure is more than budget receipts then such situation is referred to as a budget deficit। ਕਿ ਜਦੋਂ ਆਪਣੇ ਕੋਲ ਟੋਟਲ ਜੋ ਐਕਸਪੈਂਡੀਚਰ ਨੇ ਉਹ ਆਪਣੀ ਇਨਕਮ ਦੇ ਨਾਲੋਂ ਜ਼ਿਆਦਾ ਹੋ ਜਾਂਦੇ ਨੇ, ਠੀਕ ਹੈ ਜੀ। ਜਿਵੇਂ ਕਿ ਗੌਰਮੈਂਟ ਦੇ 1 ਸਾਲ ਦੇ ਦੌਰਾਨ ਗੌਰਮੈਂਟ ਦੇ ਐਕਸਪੈਂਡੀਚਰ ਜ਼ਿਆਦਾ ਨੇ ਬਟ ਉਹਦੀ ਇਨਕਮ ਹੈ ਜਾਂ ਰੈਵਨਿਊ ਹੈ ਜਾਂ ਉਹਨਾਂ ਨੂੰ ਜੋ ਰਿਸਿਪਟਸ ਪ੍ਰਾਪਤ ਹੋਣੀਆਂ ਨੇ ਉਹ ਘੱਟ ਨੇ, ਠੀਕ ਹੈ ਜੀ। ਉਹ ਜੋ ਡਿਫਰੈਂਸ ਹੋਏਗਾ ਉਹਨੂੰ ਕੀ ਬੋਲਾਂਗੇ ਆਪਾਂ, ਬਜਟ ਡੈਫਿਸਿਟ। ਜਿਵੇਂ ਕਿ ਨੀਚੇ ਆਪਣੇ ਕੋਲ ਫਾਰਮੂਲਾ ਵੀ ਬੇਟਾ ਗਿਵਨ ਹੈ, ਬਜਟ ਡੈਫਿਸਿਟ ਇਜ਼ ਇਕੁਅਲ ਟੂ ਬਜਟ ਐਕਸਪੈਂਡੀਚਰ ਮਾਈਨਸ ਬਜਟ ਰਿਸਿਪਟਸ। ਕਿ ਜੋ ਗੌਰਮੈਂਟ ਨੇ ਸਪੈਂਡ ਕੀਤਾ ਹੈ ਮਾਈਨਸ ਕੀ ਕਰ ਦਾਂਗੇ ਰਿਸਿਪਟਸ, ਆਪਣੇ ਕੋਲ ਕੀ ਆ ਜਾਏਗਾ, ਬਜਟ ਡੈਫਿਸਿਟ। ਫੋਰ ਐਗਜ਼ਾਮਪਲ ਮੰਨ ਲਓ ਗੌਰਮੈਂਟ ਕੋਲ ਟੋਟਲ ਐਕਸਪੈਂਡੀਚਰ ਕਰ ਰਹੀ ਗੌਰਮੈਂਟ 100 ਰੁਪੀਜ਼, ਠੀਕ ਹੈ ਜੀ। ਉਹਦੇ ਵਿੱਚੋਂ ਉਹਨਾਂ ਕੋਲ ਟੋਟਲ ਰਿਸਿਪਟਸ ਨੇ ਜੋ ਸਾਰੇ ਸੋਰਸਸ ਤੋਂ ਮਿਲ ਰਹੀਆਂ ਨੇ। ਆਪਾਂ ਪੜ੍ਹੇ ਆ ਨਾ ਰਿਸੋਰਸਿਸ ਕਿ ਗੌਰਮੈਂਟ ਦੇ ਕੋਲ ਕਿਹੜੇ ਕਿਹੜੇ ਰਿਸੋਰਸ ਨੇ, ਕੈਪੀਟਲ ਰਿਸਿਪਟਸ ਐਂਡ ਰੈਵਨਿਊ ਰਿਸਿਪਟਸ, ਜਿਹੜੇ ਵੀ ਜਿੱਥੋਂ ਵੀ ਗੌਰਮੈਂਟ ਤੋਂ ਪ੍ਰਾਪਤੀਆਂ ਹੁੰਦੀਆਂ ਨੇ, ਠੀਕ ਹੈ। ਮੰਨ ਲਓ 80 ਰੁਪੀਜ਼ ਹੈ, ਓਕੇ। ਅਤੇ ਆਪਣੇ ਕੋਲ ਕਿੰਨਾ ਆ ਜਾਏਗਾ ਬਜਟ ਡੈਫਿਸਿਟ, ਕਿੰਨਾ ਆ ਜਾਏਗਾ 20, ਠੀਕ ਹੈ ਜੀ। ਇਹਨੂੰ ਕੀ ਬੋਲਾਂਗੇ ਆਪਾਂ, ਬਜਟ ਡੈਫਿਸਿਟ, ਓਕੇ। ਸਭ ਤੋਂ ਮੇਨ ਗੱਲ ਕਿ ਆਪਣੇ ਕੋਲ ਬਜਟ ਤੁਸੀਂ ਯਾਦ ਰੱਖਣਾ ਕਿ ਦੋ ਤਰ੍ਹਾਂ ਦਾ, ਇੱਕ ਬੈਲੈਂਸ ਅਤੇ ਇੱਕ ਅਨਬੈਲੈਂਸਡ। ਬੈਲੈਂਸ ਮੀਨਸ ਕਿ ਜਿੱਥੇ ਬਜਟ ਐਕਸਪੈਂਡੀਚਰ ਅਤੇ ਬਜਟ ਜਿਹੜੀਆਂ ਰੈਵਨਿਊਜ਼ ਨੇ ਦੋਨੋਂ ਇਕੁਅਲ ਨੇ, ਠੀਕ ਹੈ ਜੀ। ਉਹ ਹੋ ਗਿਆ ਆਪਣਾ ਬੈਲੈਂਸ ਬਜਟ। ਅਨਬੈਲੈਂਸਡ ਬਜਟ ਕਿ ਜਿੱਥੇ ਆਪਣੇ ਕੋਲ ਜਾਂ ਤਾਂ ਐਕਸਪੈਂਡੀਚਰ ਜ਼ਿਆਦਾ ਨੇ ਜਾਂ ਆਪਣੇ ਕੋਲ ਰੈਵਨਿਊ ਜ਼ਿਆਦਾ ਨੇ, ਠੀਕ ਹੈ ਜੀ। ਜੇਕਰ ਤਾਂ ਆਪਣੇ ਕੋਲ ਐਕਸਪੈਂਡੀਚਰ ਜ਼ਿਆਦਾ ਨੇ, ਜਿਵੇਂ ਕਿ ਆਪਣੇ ਕੋਲ ਇਸ ਐਗਜ਼ਾਮਪਲ ਦੇ ਵਿੱਚ ਐਕਸਪੈਂਡੀਚਰ ਜ਼ਿਆਦਾ ਨੇ, ਫਿਰ ਕੀ ਬੋਲਾਂਗੇ ਆਪਾਂ, ਬਜਟ ਡੈਫੀਸਿਟ। ਅਤੇ ਜੇਕਰ ਆਪਣੇ ਕੋਲ ਰਿਸਿਪਟਸ ਜ਼ਿਆਦਾ ਨੇ ਤਾਂ ਫਿਰ ਕੀ ਬੋਲਾਂਗੇ ਆਪਾਂ, ਸਰਪਲਸ ਬਜਟਿੰਗ। ਕਿ ਆਪਣੇ ਕੋਲ ਪ੍ਰਾਪਤੀਆਂ ਜ਼ਿਆਦੀਆਂ ਨੇ, ਜੋ ਗੌਰਮੈਂਟ ਨੂੰ ਰਿਸੀਵ ਹੋ ਰਿਹਾ 1 ਸਾਲ ਦੇ ਦੌਰਾਨ ਉਹ ਜ਼ਿਆਦਾ ਹੈ ਬਟ ਉਹਦੇ ਐਕਸਪੈਂਡੀਚਰ ਘੱਟ ਨੇ, ਠੀਕ ਹੈ ਜੀ। ਜੋ ਐਕਸੈਸ ਦੇ ਵਿੱਚ ਅਮਾਊਂਟ ਆ ਜਾਏਗੀ ਉਹ ਕੀ ਹੋਏਗਾ, ਸਰਪਲਸ, ਠੀਕ ਹੈ ਜੀ। ਇਸ ਕਰਕੇ ਬਜਟ ਦੋ ਤਰ੍ਹਾਂ ਦਾ ਹੋ ਗਿਆ ਆਪਣੇ ਕੋਲ, ਬੈਲੈਂਸ ਅਤੇ ਅਨਬੈਲੈਂਸਡ। ਬੈਲੈਂਸ ਬਜਟ ਦੇ ਵਿੱਚ ਦੋਨੋਂ ਐਕਸਪੈਂਡੀਚਰ ਇਜ਼ ਇਕੁਅਲ ਟੂ ਆਪਣੀ ਇਨਕਮ, ਠੀਕ ਹੈ ਜੀ, ਜਾਂ ਰਿਸਿਪਟਸ। ਅਤੇ ਅਨਬੈਲੈਂਸ ਦੇ ਵਿੱਚ ਕੀ ਹੋ ਗਿਆ, ਸਰਪਲਸ ਬਜਟਿੰਗ ਅਤੇ ਜਾਂ ਫਿਰ ਆਪਣੇ ਕੋਲ ਡੈਫਿਸਿਟ ਬਜਟਿੰਗ ਆ ਗਿਆ, ਠੀਕ ਹੈ ਜੀ। ਦੋਨੋਂ ਹੋ ਗਏ ਆਪਣੇ, ਤੁਹਾਨੂੰ ਦੋਨੋਂ ਕਲੀਅਰ ਹੋ ਗਏ, ਠੀਕ ਹੈ ਜੀ। ਨੈਕਸਟ ਬੇਟਾ ਆਪਾਂ ਕਰਦੇ ਹਾਂ, ਹਾਂਜੀ, ਇੰਪਲੀਕੇਸ਼ਨਸ ਕੀ ਨੇ ਬਜਟ ਦੀਆਂ। ਵੈਨ ਦਾ ਇਕੋਨਮੀ ਇਜ਼ ਐਕਸਪੀਰੀਅੰਸਿੰਗ ਡਿਫਲੇਸ਼ਨ ਇਟ ਮੀਨਸ ਐਗਰੀਗੇਟ ਡਿਮਾਂਡ ਇਜ਼ ਲੈਸ ਦੈਨ ਐਗਰੀਗੇਟ ਸਪਲਾਈ, ਠੀਕ ਹੈ ਜੀ। ਕਿ ਟੋਟਲ ਜੋ ਡਿਮਾਂਡ ਹੈ ਮਾਰਕੀਟ ਦੇ ਵਿੱਚ ਉਹ ਲੈਸ ਦੈਨ ਸਪਲਾਈ ਹੈ ਐਟ ਦਾ ਫੁੱਲ ਲੈਵਲ ਆਫ ਇੰਪਲੋਇਮੈਂਟ। ਕਿ ਜਿੰਨੇ ਵੀ ਲੋਕ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੰਮ ਮਿਲਿਆ ਹੋਇਆ ਬਟ ਉਹ ਕੰਮ ਤਾਂ ਕਰ ਰਹੇ ਨੇ ਬਟ ਜੋ ਪ੍ਰੋਡਿਊਸ ਕਰ ਰਹੇ ਨੇ ਉਹਦੀ ਡਿਮਾਂਡ ਹੀ ਨਹੀਂ ਹੈ, ਠੀਕ ਹੈ ਜੀ। ਜੇਕਰ ਡਿਮਾਂਡ ਹੋਏਗੀ ਤਾਂ ਹੀ ਸਪਲਾਈ ਹੋਏਗੀ, ਠੀਕ ਹੈ। ਡੈਫਿਸਿਟ ਬਜਟਿੰਗ ਉਹ ਵਾਲੀ ਕੰਡੀਸ਼ਨ ਹੁੰਦੀ ਹੈ ਜਿੱਥੇ ਡਿਮਾਂਡ ਬਹੁਤ ਘੱਟ ਹੁੰਦੀ ਹੈ ਅਤੇ ਸਪਲਾਈ ਜ਼ਿਆਦਾ ਹੁੰਦੀ ਹੈ, ਠੀਕ ਹੈ ਜੀ। ਉਹਨੂੰ ਕੀ ਬੋਲਦੇ ਆਪਾਂ, ਡਿਫਲੇਸ਼ਨਰੀ ਕੰਡੀਸ਼ਨ, ਡਿਫਲੇਸ਼ਨ ਬੋਲ ਦਿੰਦੇ ਆ, ਠੀਕ ਹੈ ਜੀ। ਜਿੱਥੇ ਆਪਣੇ ਕੋਲ ਡਿਮਾਂਡ ਘੱਟ ਹੈ ਬਟ ਸਪਲਾਈ ਜ਼ਿਆਦਾ ਹੈ, ਠੀਕ ਹੈ ਜੀ। ਕੇਨਜ਼ ਨੇ ਥਿਊਰੀ ਦਿੱਤੀ ਸੀਗੀ ਗ੍ਰੇਟ ਡਿਪਰੈਸ਼ਨ ਦੇ ਰਿਗਾਰਡਿੰਗ ਕਿ ਇਹਨੂੰ ਆਪਾਂ ਡੈਫਿਸਿਟ ਬਜਟਿੰਗ ਦੇ ਥਰੂ ਆਪਾਂ ਕਵਰ ਕਰ ਸਕਦੇ ਹਾਂ ਜੋ ਆਪਣੀ ਡਿਪਰੈਸ਼ਨ ਦੀ ਕੰਡੀਸ਼ਨ ਹੋਏ। ਡਿਪਰੈਸ਼ਨ ਕੀ ਹੁੰਦਾ ਵਾ ਕਿ ਜਿਵੇਂ ਕਿ ਹੁਣ ਫੋਰ ਐਗਜ਼ਾਮਪਲ ਆਪਣੇ ਕੋਲ ਕੋਵਿਡ ਦੀ ਕੰਡੀਸ਼ਨ ਚੱਲ ਰਹੀ ਹੈ, ਇਹ ਵੀ ਇੱਕ ਤਰ੍ਹਾਂ ਦਾ ਡਿਪਰੈਸ਼ਨ ਹੀ ਹੈ ਕਿਉਂਕਿ ਆਪਣੇ ਪੀਪਲਸ ਦੇ ਕੋਲ ਮਨੀ ਬਹੁਤ ਘੱਟ ਮਾਤਰਾ ਦੇ ਵਿੱਚ ਹੈ ਕਿਉਂਕਿ ਕਾਫੀ ਲੋਕਾਂ ਦੇ ਜੋਬ ਵੀ ਛੁੱਟ ਗਈਆਂ ਨੇ, ਬਿਜ਼ਨਸ ਵੀ ਬੰਦ ਸੀਗੇ, ਠੀਕ ਹੈ। ਇਸ ਕਰਕੇ ਲੋਕਾਂ ਦੇ ਕੋਲ ਕੰਮ ਨਹੀਂ ਸੀ ਹੈਗਾ। ਕੰਮ ਨਾ ਹੋਣ ਕਰਕੇ ਲੋਕਾਂ ਦੇ ਕੋਲ ਹੁਣ ਪੈਸਾ ਨਹੀਂ ਹੈ, ਪੈਸਾ ਨਹੀਂ ਹੋਏਗਾ ਤਾਂ ਉਹ ਡਿਮਾਂਡ ਨਹੀਂ ਕਰਨਗੇ, ਠੀਕ ਹੈ ਜੀ। ਡਿਮਾਂਡ ਨਹੀਂ ਕਰਨਗੇ ਤਾਂ ਉਹਦੇ ਨਾਲ ਕੀ ਹੋਏਗਾ ਕਿ ਇੱਕ ਗੈਪ ਆ ਜਾਏਗਾ ਡਿਮਾਂਡ ਅਤੇ ਸਪਲਾਈ ਦੇ ਵਿੱਚ, ਜਿਹਦੇ ਨਾਲ ਕੀ ਆ ਕਿ ਇੱਕ ਡਿਫਲੇਸ਼ਨਰੀ ਗੈਪ ਆ ਜਾਏਗਾ ਦੋਨਾਂ ਦੇ ਵਿੱਚ। ਬੇਟਾ ਹੁਣ ਵੀ ਇਕਨੋਮਿਕਸਟ ਆਈਡੀਆ ਲਗਾ ਰਹੇ ਨੇ ਕਿ ਜੋ ਕੰਡੀਸ਼ਨ ਪ੍ਰੈਜ਼ੈਂਟ ਚੱਲ ਰਹੀ ਹੈ ਇਹ ਵੀ ਇੱਕ ਗ੍ਰੇਟ ਡਿਪਰੈਸ਼ਨ ਵਰਗੀ ਕੰਡੀਸ਼ਨ ਹੈ ਕਿਉਂਕਿ ਇਸ ਟਾਈਮ ਦੇ ਵਿੱਚ ਵੀ
ਡਿਮਾਂਡ ਬਹੁਤ ਜ਼ਿਆਦਾ ਘਟ ਗਈ ਹੈ। ਠੀਕ ਹੈ ਜੀ, ਡਿਮਾਂਡ ਘਟਣ ਦੇ ਨਾਲ ਕੀ ਆ, ਉਹਦੇ ਨਾਲ ਕੀ ਆ, ਪ੍ਰੋਡਕਸ਼ਨ ਨੂੰ ਬੰਦ ਕਰਨਾ ਪਏਗਾ। ਜੇਕਰ ਪ੍ਰੋਡਕਸ਼ਨ ਬੰਦ ਕਰਨੀ ਪਏਗੀ, ਸਪਲਾਈ ਘਟਾਉਣੀ ਪਏਗੀ, ਤਾਂ ਉਹਦੇ ਨਾਲ ਕੀ ਆ, ਕਾਫੀ ਸਾਰੀਆਂ ਫੈਕਟਰੀਜ਼ ਬੰਦ ਹੋ ਜਾਣੀਆਂ। ਫੈਕਟਰੀਜ਼ ਬੰਦ ਹੋਣ ਕਰਕੇ ਕਾਫੀ ਜ਼ਿਆਦਾ ਲੋਕ ਅਨਇੰਪਲੋਇਡ ਹੋ ਜਾਣਗੇ। ਠੀਕ ਹੈ ਜੀ, ਤਾਂ ਇਹਦੇ ਕਰਕੇ ਇੱਕ ਗੰਭੀਰ ਜਾਂ ਕ੍ਰਿਟੀਕਲ ਸਿਚੁਏਸ਼ਨ ਅਰਾਈਜ਼ ਹੋ ਸਕਦੀ ਆ। ਇਸ ਕਰਕੇ ਇਹਨੂੰ ਵੀ ਗ੍ਰੇਟ ਡਿਪਰੈਸ਼ਨ ਦੇ ਨਾਲ ਹੀ ਇਕਨੋਮਿਕਸਟ ਕਾਫੀ ਕੰਪੇਅਰ ਕਰ ਰਹੇ ਨੇ। ਹਾਂਜੀ, ਆਪਾਂ ਟੌਪਿਕ ਤੇ ਆਉਂਦੇ ਆ। ਮੈਰਿਟਸ ਕੀ ਨੇ ਆਪਣੀਆਂ। ਸਭ ਤੋਂ ਫਸਟ, ਡੈਫਿਸਿਟ ਬਜਟ ਇਜ਼ ਸੁਟੇਬਲ ਫॉर द ਇਕਨੋਮੀ ਵੇਅਰ देयर इज द ਸਿਚੁਏਸ਼ਨ ਆਫ ਡੈਫਿਸਿਟ ਡਿਮਾਂਡ ਔਰ ਡਿਫਲੇਸ਼ਨਰੀ ਗੈਪ। ਠੀਕ ਹੈ ਜੀ, ਉਹ ਕਹਿੰਦੇ ਕਿ ਜਿੱਥੇ ਡਿਫਲੇਸ਼ਨਰੀ ਗੈਪ ਜਾਂ ਡੈਫਿਸਿਟ ਡਿਮਾਂਡ, ਜਿੱਥੇ ਡਿਮਾਂਡ ਘੱਟ ਹੁੰਦੀ ਹੈ, ਉਸ ਕੇਸ ਦੇ ਵਿੱਚ ਆਪਣੀ ਹੈਲਪ ਕਰਦਾ ਹੈ ਡੈਫਿਸਿਟ ਬਜਟ। ਠੀਕ ਹੈ ਜੀ, ਕਿਉਂਕਿ ਬਜਟ ਦੇ ਨਾਲ ਕੀ ਹੁੰਦਾ ਵਾ ਕਿ ਗੌਰਮੈਂਟ ਦੇ ਕੋਲ ਆਪਣੇ ਕੋਲ ਐਕਸਪੈਂਡੀਚਰ ਜ਼ਿਆਦਾ ਹੁੰਦੇ ਨੇ, ਬਟ ਉਹਦੇ ਕੋਲ ਉਨੀ ਇਨਕਮ ਨਹੀਂ ਹੁੰਦੀ। ਠੀਕ ਹੈ ਜੀ, ਉਸ ਕੇਸ ਦੇ ਵਿੱਚ ਜੋ ਡੈਫਿਸਿਟ ਆ ਗਿਆ, ਗੌਰਮੈਂਟ ਉਸ ਡੈਫਿਸਿਟ ਨੂੰ ਭਰਪਾਈ ਕਰਦੀ ਹੈ। ਠੀਕ ਹੈ ਜੀ, ਉਹ ਜਿਹੜਾ ਪੈਸਾ ਹੁੰਦਾ ਗੌਰਮੈਂਟ ਮਾਰਕੀਟ ਦੇ ਵਿੱਚ ਇਨਵੈਸਟ ਕਰੇਗੀ, ਜਿਹਦੇ ਨਾਲ ਲੋਕਾਂ ਦੇ ਕੋਲ ਪੈਸਾ ਆ ਜਾਏਗਾ, ਤੇ ਉਹ ਪੈਸੇ ਨੂੰ ਸਪੈਂਡ ਕਰਨਗੇ। ਸਪੈਂਡ ਕਰਨ ਦੇ ਨਾਲ ਕੀ ਡਿਮਾਂਡ ਵਧੇਗੀ। ਠੀਕ ਹੈ ਜੀ, ਇਸ ਕਰਕੇ ਜਦੋਂ ਡਿਫਲੇਸ਼ਨਰੀ ਗੈਪ ਹੁੰਦਾ ਵਾ ਜਾਂ ਡੈਫਿਸਿਟ ਡਿਮਾਂਡ ਹੁੰਦੀ ਆ, ਉਸ ਕੇਸ ਦੇ ਵਿੱਚ ਡੈਫਿਸਿਟ ਬਜਟਿੰਗ ਆਪਣੀ ਹੈਲਪ ਕਰਦਾ ਵਾ, ਤਾਂ ਕਿ ਉਸ ਕੰਡੀਸ਼ਨ ਨੂੰ ਕਵਰ ਅਪ ਕੀਤਾ ਜਾ ਸਕੇ। ਠੀਕ ਹੈ ਜੀ, ਨੈਕਸਟ ਪੁਆਇੰਟ ਜਿਹੜਾ ਦੇਖਦੇ ਹਾਂ, ਅੰਡਰ ਡੈਫਿਸਿਟ ਬਜਟ ਗੌਰਮੈਂਟ ਰਿਡਿਊਸਿਸ ਟੈਕਸ ਇੰਪੋਜ਼ਡ ਵਿਚ ਲੀਡਸ ਟੂ ਇਨਕਰੀਜ਼ ਇਨ disposable income of the people of the country, hence the aggregate demand increases which helps in solving problem of different ਡਿਮਾਂਡ ਐਂਡ ਡਿਫਲੇਸ਼ਨਰੀ ਗੈਪ ਇਨ ਦਾ। ਹਾਂਜੀ, ਜਿਵੇਂ ਕਿ ਪ੍ਰੈਜ਼ੈਂਟ ਕੰਡੀਸ਼ਨ, ਆਪਾਂ ਪ੍ਰੈਜ਼ੈਂਟ ਐਗਜ਼ਾਮਪਲ ਲੈਂਦੇ ਆ ਕਿ ਹੁਣ ਗੌਰਮੈਂਟ ਕੀ ਕਰ ਰਹੀ ਹੈ ਕਿ ਜੋ ਟੈਕਸ ਦੀ ਡੇਟ ਸੀਗੀ ਲਾਸਟ, ਉਹਨੂੰ ਐਕਸਟੈਂਡ ਕਰ ਰਹੀ ਹੈ, ਤਾਂ ਕਿ ਜੋ ਟੈਕਸ ਪੇ ਕਰਨਾ ਸੀਗਾ ਉਹ ਫਿਲਹਾਲ ਡਿਲੇ ਹੋ ਜੇ, ਤਾਂ ਲੋਕਾਂ ਦੇ ਕੋਲ ਜੋ ਡਿਸਪੋਜ਼ੇਬਲ ਇਨਕਮ ਹੈ ਕਿ ਇਨ ਹੈਂਡ ਉਹ ਜ਼ਿਆਦਾ ਰਹੇ। ਫੋਰ ਐਗਜ਼ਾਮਪਲ ਮੇਰੀ 100 ਰੁਪਏ ਇਨਕਮ ਹੈ। ਠੀਕ ਹੈ ਜੀ, 100 ਦੇ ਵਿੱਚੋਂ ਮੈਂ 10 ਰੁਪਏ ਟੈਕਸ ਪੇ ਕਰ ਰਿਹਾ ਵਾਂ, ਤਾਂ ਮੇਰੀ 90 ਇਨਕਮ ਰਹਿ ਗਈ। ਬਟ ਜੇ ਮੈਂ ਹਾਲੇ ਟੈਕਸ ਨਹੀਂ ਪੇ ਕਰੂੰਗਾ, ਮੇਰੇ ਇਨ ਹੈਂਡ 100 ਰੁਪੀਜ਼ ਰਹਿ ਜਾਣਗੇ, ਤਾਂ ਮੈਂ 100 ਰੁਪੀਜ਼ ਦੀ ਡਿਮਾਂਡ ਰਾਈਜ਼ ਕਰਾਂਗਾ। ਠੀਕ ਹੈ ਜੀ, ਉਹਦੇ ਨਾਲ ਮੈਂ ਮਾਰਕੀਟ ਦੇ ਵਿੱਚ ਸਪੈਂਡ ਕਰਾਂਗਾ, ਜਿਹਦੇ ਨਾਲ ਕਿ ਡਿਮਾਂਡ ਇਨਕਰੀਜ਼ ਹੋਏਗੀ, ਤਾਂ ਉਹਦੇ ਨਾਲ ਦੀ ਨਾਲ ਦੋਨਾਂ ਦੇ ਵਿੱਚ ਜੋ ਗੈਪ ਸੀਗਾ ਉਹ ਕਵਰ ਹੋ ਜਾਏਗਾ ਡਿਮਾਂਡ ਐਂਡ ਸਪਲਾਈ ਦੇ ਵਿੱਚ। ਠੀਕ ਹੈ ਜੀ, ਇਸ ਕਰਕੇ ਗੌਰਮੈਂਟ ਕੀ ਆ, ਟੈਕਸ ਰੇਟ ਘਟਾ ਦਿੰਦੀ ਹੈ। ਠੀਕ ਹੈ ਜੀ, ਜਿਹਦੇ ਨਾਲ ਡਿਸਪੋਜ਼ੇਬਲ ਇਨਕਮ ਵੱਧ ਜਾਂਦੀ ਹੈ ਇਨ ਹੈਂਡ। ਨੈਕਸਟ ਥਰਡ ਪੁਆਇੰਟ ਬੇਟਾ, it has to draw the solution to the problem of under full employment equilibrium in economy। ਠੀਕ ਹੈ ਜੀ, ਅੰਡਰ ਫੁੱਲ ਇੰਪਲੋਇਮੈਂਟ ਕਿ ਜਿਹੜੇ ਕੰਮ ਕਰਨ ਦੇ ਲਈ ਚਾਹਵਾਨ ਨੇ ਬਟ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ। ਠੀਕ ਹੈ ਜੀ, ਉਹਨਾਂ ਨੂੰ ਵੀ ਵਰਕ ਦਿਵਾਉਣ ਦੇ ਵਿੱਚ ਹੈਲਪ ਕਰੇਗੀ। ਕੇਨਜ਼ੀਅਨ ਹੈਜ਼ ਆਲਸੋ ਅਟੈਚ ਦ ਕ੍ਰੂਸ਼ਲ ਇੰਪੋਰਟੈਂਸ ਟੂ ਡੈਫਿਸਿਟ ਬਜਟ ਫॉर ਸੋਲਵਿੰਗ ਦੀ ਪ੍ਰੋਬਲਮ ਆਫ ਡਿਪਰੈਸ਼ਨ ਆਫ ਦ ਇਕਨੋਮੀ। ਠੀਕ ਹੈ ਜੀ, ਇਸ ਨੂੰ ਇੱਕ ਐਜ ਸੁਝਾਅ ਜਾਂ ਇੱਕ ਮਈਅਰ ਜਾਂ ਇੱਕ ਟੂਲ ਯੂਜ਼ ਕੀਤਾ ਜਾ ਸਕਦਾ ਡੈਫਿਸਿਟ ਬਜਟ ਨੂੰ ਆਪਣੀ ਡਿਪਰੈਸ਼ਨ ਦੀ ਕੰਡੀਸ਼ਨ ਦੇ ਵਿੱਚੋਂ ਕੰਟਰੀ ਨੂੰ ਕਵਰ ਕਰਨ ਦੇ ਲਈ। ਠੀਕ ਹੈ ਜੀ, ਨੈਕਸਟ ਆਪਾਂ ਬੇਟਾ ਡੀਮੈਰਿਟਸ ਪੜ੍ਹਦੇ ਹਾਂ। ਡੀਮੈਰਿਟਸ ਕੀ ਨਾ, ਬਜਟ ਇਜ਼ ਨਾਟ ਅਪਰੋਪਰੀਏਟ ਫॉर ਐਨੀ ਇਕੋਨਮੀ ਵੇਅਰ ਦੇयर ਇਜ਼ ਐਕਸੈਸ ਡਿਮਾਂਡ। ਜੇਕਰ ਆਲਰੇਡੀ ਐਕਸੈਸ ਡਿਮਾਂਡ ਹੋਵੇ ਤਾਂ ਉਹਦੇ ਨਾਲ ਕੀ ਹੈ, ਜੇਕਰ ਨਾਲ ਦੀ ਨਾਲ ਡੈਫਿਸਿਟ ਬਜਟਿੰਗ ਹੋ ਜੇ, ਡੈਫਿਸਿਟ ਬਜਟਿੰਗ ਮੀਨਸ ਕਿ ਆਪਣੇ ਕੋਲ ਐਕਸਪੈਂਡੀਚਰ ਜ਼ਿਆਦਾ ਨੇ ਤੇ ਆਪਣੇ ਕੋਲ ਇਨਕਮ ਘੱਟ ਹੈ। ਠੀਕ ਹੈ ਜੀ, ਇਸ ਕੇਸ ਦੇ ਵਿੱਚ ਦੋ ਕੰਡੀਸ਼ਨਸ ਹੁੰਦੀਆਂ ਨੇ, ਜਾਂ ਤਾਂ ਗੌਰਮੈਂਟ ਕੀ ਕਰਦੀ ਹੈ ਕਿ ਆਪਣੇ ਰੈਵਨਿਊ ਵਧਾਉਂਦੀ ਆ ਹੋਰ, ਜਿਹਦੇ ਨਾਲ ਕਿ ਉਹ ਐਕਸਪੈਂਡੀਚਰਸ ਨੂੰ ਮੀਟ ਕਰ ਸਕੇ, ਤੇ ਜਾਂ ਆਪਣੇ ਐਕਸਪੈਂਡੀਚਰ ਘਟਾ ਦਿੰਦੀ ਹੈ। ਠੀਕ ਹੈ ਜੀ, ਜੇਕਰ ਉਹ ਆਪਣੇ ਰੈਵਨਿਊਸ ਵਧਾਏਗੀ, ਉਹਦੇ ਨਾਲ ਕਿ ਐਕਸਪੈਂਡੀਚਰ ਉਹਨਾਂ ਰਹੇਗਾ ਤੇ ਡਿਮਾਂਡ ਹੋਰ ਜ਼ਿਆਦਾ ਵੱਧ ਜਾਏਗੀ। ਠੀਕ ਹੈ ਜੀ, ਤੇ ਜੇਕਰ ਡੈਫਿਸਿਟ ਬਜਟਿੰਗ ਹੋ ਜਾਏਗੀ, ਆਲਰੇਡੀ ਡਿਮਾਂਡ ਜ਼ਿਆਦਾ ਹੋਏ, ਤਾਂ ਉਹਦੇ ਨਾਲ ਡਿਮਾਂਡ ਹੋਰ ਜ਼ਿਆਦਾ ਵੱਧ ਜਾਂਦੀ ਹੈ। ਇਸ ਕਰਕੇ ਆਪਣੀ ਕੰਡੀਸ਼ਨ ਹੋਰ ਜ਼ਿਆਦਾ ਕ੍ਰਿਟੀਕਲ ਹੋ ਜਾਂਦੀ ਆ ਇਨ ਕੇਸ ਆਫ ਡੈਫਿਸਿਟ ਬਜਟਿੰਗ, ਅਗਰ ਆਪਣੇ ਕੋਲ ਡਿਮਾਂਡ ਜਾਂ ਇਨਫਲੇਸ਼ਨਰੀ ਗੈਪ ਆਲਰੇਡੀ ਹੋਵੇ। ਇਨਫਲੇਸ਼ਨਰੀ ਗੈਪ ਸਮਝਦੇ ਹੋ ਨਾ, ਕਿ ਆਪਣੇ ਕੋਲ ਡਿਮਾਂਡ ਘੱਟ ਹੈ ਤੇ ਸਪਲਾਈ ਜ਼ਿਆਦਾ ਹੈ। ਡਿਫਲੇਸ਼ਨਰੀ ਗੈਪ ਮੀਨਸ ਕੀ ਹੈ ਕਿ ਡਿਮਾਂਡ ਘੱਟ ਹੈ, ਸਪਲਾਈ ਜ਼ਿਆਦਾ ਹੈ, ਡਿਫਲੇਸ਼ਨਰੀ ਗੈਪ। ਠੀਕ ਹੈ ਜੀ, ਤੇ ਇਨਫਲੇਸ਼ਨਰੀ ਕੀ ਹੈ ਕਿ ਆਪਣੇ ਕੋਲ ਸਪਲਾਈ ਘੱਟ ਹੈ ਤੇ ਡਿਮਾਂਡ ਜ਼ਿਆਦਾ ਹੈ। ਓਕੇ ਬੇਟਾ। ਹਾਂਜੀ, ਸੈਕਿੰਡ ਪੁਆਇੰਟ, ਡੈਫਿਸਿਟ ਬਜਟ ਇਜ਼ ਨਾਟ ਸੂਟੇਬਲ ਡਿਊਰਿੰਗ ਦਾ ਸਿਚੁਏਸ਼ਨ ਆਫ ਫੁੱਲ ਇਕੁਲਿਬਰਮ। ਫੁੱਲ ਇਕੁਲਿਬਰਮ ਕਿ ਡਿਮਾਂਡ ਜਿਹੜੀ ਜੋ ਆਪਣੀ ਜਿੰਨੀ ਵੀ ਲੇਬਰ ਹੈ, ਉਹ ਆਪਣੇ ਕੰਮ ਕਰਨ ਦੀ ਚਾਹਵਾਨ ਲੇਬਰ ਹੈ, ਉਹਨਾਂ ਸਾਰਿਆਂ ਨੂੰ ਵਰਕਰਸ ਨੂੰ ਕੰਮ ਮਿਲਿਆ ਹੈ। ਠੀਕ ਹੈ ਜੀ, ਉਹਨੂੰ ਆਪਾਂ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਬੋਲਦੇ ਹਾਂ। ਉਸ ਕੇਸ ਦੇ ਵਿੱਚ ਵੀ ਆਪਣੀ ਇੱਕ ਨਾਟ ਸੂਟੇਬਲ, ਕਿ ਉਸ ਕੇਸ ਦੇ ਵਿੱਚ ਵੀ ਆਪਣੀ ਜਿਹੜੀ ਡੈਫਿਸਿਟ ਬਜਟਿੰਗ ਆ ਉਹ ਸੂਟੇਬਲ ਨਹੀਂ ਗੀ ਹੁੰਦੀ। ਹਾਂਜੀ, ਨੈਕਸਟ ਪੁਆਇੰਟ ਬੇਟਾ ਆਪਾਂ, ਹਾਂਜੀ ਬੇਟਾ,
ਮਈਅਰਸ ਟੂ ਕੰਟਰੋਲ ਡੈਫਿਸਿਟ ਬਜਟ। ਨੈਕਸਟ ਟੌਪਿਕ ਆਪਣਾ ਮਈਅਰਸ ਟੂ ਕਿ ਆਪਾਂ ਕਿਹੜੇ ਤਰੀਕੇ ਜਾਂ ਟੂਲਸ ਯੂਜ਼ ਕਰ ਸਕਦੇ ਹਾਂ ਜਿਹਦੇ ਨਾਲ ਕਿ ਆਪਣਾ ਜੋ ਇਨਕਮ ਐਕਸਪੈਂਡੀਚਰ ਤੇ ਰੈਵਨਿਊ ਦਾ ਜੋ ਡਿਫਰੈਂਸ ਹੈ ਉਹਨੂੰ ਘੱਟ ਕੀਤਾ ਜਾ ਸਕੇ। ਜਿਵੇਂ ਕਿ ਦੇਖਦੇ ਆਪਾਂ ਬਜਟ ਡੈਫਿਸਿਟ ਰੀਪ੍ਰਜੈਂਟਸ ਦਾ ਮਿਸਮੈਨੇਜਮੈਂਟ ਐਂਡ ਵਾਇਓਲੇਸ਼ਨ ਆਫ ਪ੍ਰਿੰਸੀਪਲ ਆਫ ਸਾਊਂਡ ਪਬਲਿਕ ਫਾਈਨਾਂਸ। Revenue deficit shows that how much the government is eating up its capital or getting into debt and represents this saving by the government। ठीक है जी, ਜੋ ਆਪਣੇ ਕੋਲ ਡਿਫਲੇਸ਼ਨਰੀ ਗੈਪ ਆ ਜਾਂ ਡੈਫਿਸਿਟ ਬਜਟ ਆ ਉਹ ਕੀ ਸ਼ੋ ਕਰਦਾ ਕਿ ਗੌਰਮੈਂਟ ਆਪਣੇ ਇਨਕਮ ਐਂਡ ਰੈਵਨਿਊ ਐਂਡ ਐਕਸਪੈਂਡੀਚਰ ਨੂੰ ਪ੍ਰੋਪਰਲੀ ਮੈਨੇਜ ਨਹੀਂ ਕਰ ਪਾ ਰਹੀ, ਉਹਨਾਂ ਦੇ ਵਿੱਚ ਇੱਕ ਗੈਪ ਆ ਰਿਹਾ ਵਾ। ਠੀਕ ਹੈ ਜੀ, ਜੇਕਰ ਉਹਨੂੰ ਗੈਪ ਨੂੰ ਪੂਰਾ ਕਰਨ ਦੇ ਲਈ ਗੌਰਮੈਂਟ ਜਾਂ ਤਾਂ ਕਿਸੇ ਕੋਲੋਂ ਮਨੀ ਬੋਰੋ ਕਰੇਗੀ ਜਾਂ ਫਿਰ ਆਪਣੀ ਕੈਪੀਟਲ ਸੈੱਲ ਕਰੇਗੀ। ਠੀਕ ਹੈ ਜੀ, ਦੋ ਕੇਸ ਹੋ ਸਕਦੇ ਨੇ। ਇਸ ਕਰਕੇ ਦੋਨੋਂ ਹੀ ਮਤਲਬ ਕਿ ਜਾਂ ਤਾਂ ਦੋਨੋਂ ਦੇ ਵਿੱਚ ਗੌਰਮੈਂਟ ਦਾ ਲਾਸ ਹੈ, ਜਾਂ ਤਾਂ ਉਹਨੂੰ ਆਪਣੇ ਮਾਰਕੀਟ ਦੇ ਵਿੱਚੋਂ ਪੈਸਾ ਰੇਜ਼ ਕਰਨਾ ਪਏਗਾ, ਡੈਟ ਲੈਣਾ ਪਏਗਾ, ਉਧਾਰ ਲੈਣਾ ਪਏਗਾ। ਠੀਕ ਹੈ ਜੀ, ਜਾਂ ਫਿਰ ਉਹ ਕੀ ਕਰੇਗੀ ਕਿ ਆਪਣੀ ਜੋ ਕੈਪੀਟਲ ਹੈ ਜਿਵੇਂ ਕਿ ਗੌਰਮੈਂਟ ਦੇ ਜੋ ਆਪਣੇ ਰਿਸੋਰਸਿਸ ਨੇ ਉਹਨਾਂ ਨੂੰ ਸੈੱਲ ਕਰੇਗੀ, ਉਹ ਤੋਂ ਪੈਸਾ ਰੇਜ਼ ਕਰੇਗੀ ਤਾਂ ਉਹਨੂੰ ਪਬਲਿਕ ਦੇ ਵਿੱਚ ਡਿਸਟਰੀਬਿਊਟ ਕਰੇਗੀ, ਜਾਂ ਆਪਣੇ ਜੋ ਐਕਸਪੈਂਡੀਚਰ ਨੇ ਉਹਨਾਂ ਨੂੰ ਮੀਟ ਕਰਨ ਦੇ ਲਈ ਉਹਦੀ ਵਰਤੋਂ ਕਰੇਗੀ। ਠੀਕ ਹੈ ਜੀ, ਇਹ ਦੋ ਕੇਸ ਹੋ ਸਕਦੇ ਨੇ। ਹੁਣ ਆਪਾਂ ਇਹਨੂੰ ਕਿਵੇਂ ਮੈਨੇਜ ਕਰਨਾ ਹੈ। ਫਸਟ ਪੁਆਇੰਟ ਦੇਖਦੇ ਹਾਂ ਬੇਟਾ, ਰਿਟਾਇਰਮੈਂਟ ਆਫ ਪਬਲਿਕ ਡੈਟ। ਕਿ ਗੌਰਮੈਂਟ ਨੇ ਜੋ ਮਾਰਕੀਟ ਦੇ ਵਿੱਚੋਂ ਪੈਸਾ ਲਿਆ ਆ, ਠੀਕ ਹੈ ਜੀ, ਉਹਦੇ ਉੱਪਰ ਗੌਰਮੈਂਟ ਨੂੰ ਇੰਟਰਸਟ ਪੇ ਕਰਨਾ। ਜੋ ਇੰਟਰਸਟ ਗੌਰਮੈਂਟ ਪੇ ਕਰਦੀ ਉਹਦੇ ਉੱਪਰ ਉਹ ਕੀ ਹੁੰਦਾ, ਉਹਦਾ ਗੌਰਮੈਂਟ ਦਾ ਐਕਸਪੈਂਡੀਚਰ। ਠੀਕ ਹੈ ਜੀ, ਇਸ ਕਰਕੇ ਕਹਿੰਦੇ ਕਿ ਗੌਰਮੈਂਟ ਦੀ ਜੋ ਇਨਕਮ ਦਾ ਕਾਫੀ ਸਾਰਾ ਇੱਕ ਲਾਰਜ ਪੋਰਸ਼ਨ ਜਿਹੜਾ ਹੁੰਦਾ ਵਾ ਉਹ ਇਹਨਾਂ ਦੇ ਐਕਸਪੈਂਡੀਚਰ ਦੇ ਵਿੱਚ ਹੀ ਨਿਕਲ ਜਾਂਦਾ ਵਾ, ਉਹਦੀ ਜੋ ਇੰਟਰਸਟ ਦੀ ਪੇਮੈਂਟ ਕਰਨੀ ਹੈ। ਠੀਕ ਹੈ ਜੀ, ਕਿਹੜੀ ਪੇਮੈਂਟ, ਇੰਟਰਸਟ ਪੇਮੈਂਟ ਦੇ ਲਈ। ਠੀਕ ਹੈ, ਇਸ ਕਰਕੇ ਗੌਰਮੈਂਟ ਨੂੰ ਉਹ ਜਿਹੜੇ ਡੈਟ ਵਾ ਉਹਨਾਂ ਨੂੰ ਰਿਟਾਇਰ ਕਰਨਾ ਮੀਨਸ ਕਿ ਉਹਨਾਂ ਨੂੰ ਪੇ ਕਰ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇੰਟਰਸਟ ਪੇ ਨਾ ਕਰਨਾ ਪਵੇ ਤੇ ਗੌਰਮੈਂਟ ਦਾ ਐਕਸਪੈਂਡੀਚਰ ਘਟ ਜਾਵੇ। ਠੀਕ ਹੈ ਜੀ, ਸੈਕੰਡ ਪੁਆਇੰਟ ਕੀ ਹੈ, ਰਿਡਕਸ਼ਨ ਇਨ ਸਬਸਿਡੀਜ਼। ਕਿ ਗੌਰਮੈਂਟ ਦੇ ਦੁਆਰਾ ਦੇਖਦੇ ਆਪਾਂ ਅਲੱਗ-ਅਲੱਗ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ, ਜਿਵੇਂ ਕਿ ਫੂਡ ਉੱਪਰ, ਫਰਟੀਲਾਈਜ਼ਰ ਦੇ ਉੱਪਰ, ਐਕਸਪੋਰਟਸ ਦੇ ਉੱਪਰ। ਇਹ ਜਿਹੜੀਆਂ ਸਬਸਿਡੀਜ਼ ਨੇ ਇਹਨਾਂ ਨੂੰ ਘੱਟ ਕਰਨਾ ਚਾਹੀਦਾ। ਜਿਵੇਂ ਕਿ ਉਹਨਾਂ ਨੇ ਕਿਹਾ ਹਿਊਜ ਅਮਾਊਂਟ ਕਿੰਨੀ, 20,000 ਕਰੋੜ, ਕਿ 20,000 ਕਰੋੜ ਤੱਕ ਦੀ ਗੌਰਮੈਂਟ ਦੇ ਦੁਆਰਾ ਸਬਸਿਡੀਜ਼ ਦਿੱਤੀਆਂ ਜਾਂਦੀਆਂ ਨੇ ਅਲੱਗ-ਅਲੱਗ ਫੀਲਡਸ ਨੂੰ। ਠੀਕ ਹੈ, ਇਹਨਾਂ ਨੂੰ ਗੌਰਮੈਂਟ ਦੇ ਦੁਆਰਾ ਜੋ ਸਬਸਿਡੀ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੂੰ ਰਿਡਿਊਸ ਕਰਨਾ ਚਾਹੀਦਾ ਤਾਂ ਕਿ ਗੌਰਮੈਂਟ ਦਾ ਜੋ ਐਕਸਪੈਂਡੀਚਰ ਆ ਉਹ ਘੱਟ ਸਕੇ। ਐਂਡ ਥਰਡ ਪੁਆਇੰਟ, ਰਿਡਕਸ਼ਨ ਇਨ ਬਜਟਰੀ ਸਪੋਰਟ ਟੂ ਪਬਲਿਕ ਐਂਟਰਪ੍ਰਾਈਜ਼। ਠੀਕ ਹੈ ਜੀ, ਪਬਲਿਕ ਐਂਟਰਪ੍ਰਾਈਜ਼ ਕਿ ਜੋ ਗੌਰਮੈਂਟ ਓਨਡ ਆਰਗੇਨਾਈਜੇਸ਼ਨਸ ਨੇ, ਜਿਵੇਂ ਕਿ ਕੋਲ ਇੰਡੀਆ ਹੋ ਗਿਆ, ਇੰਡੀਅਨ ਆਇਲ ਹੋ ਗਿਆ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਗੌਰਮੈਂਟ ਦੁਆਰਾ ਰਨ ਕੀਤੀ ਜਾਂਦੀਆਂ, ਇੰਡੀਅਨ ਰੇਲਵੇ ਹੋ ਗਿਆ। ਠੀਕ ਹੈ ਜੀ, ਇਸ ਤਰ੍ਹਾਂ ਜਿਹੜੇ ਗੌਰਮੈਂਟ ਦੇ ਦੁਆਰਾ ਇਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਗੌਰਮੈਂਟ ਨੂੰ ਕੀ ਕਰਨਾ ਚਾਹੀਦਾ ਵਾ ਕਿ ਜੋ ਆਰਗੇਨਾਈਜੇਸ਼ਨਸ ਜਾਂ ਜੋ ਸੰਸਥਾਵਾਂ ਲਾਸ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਬਜਟ ਦੇ ਵਿੱਚੋਂ ਫੰਡਿੰਗ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਵਾ। ਠੀਕ ਹੈ ਜੀ, ਤਾਂ ਕਿ ਜੋ ਗੌਰਮੈਂਟ ਦਾ ਐਕਸਪੈਂਡੀਚਰ ਇਹਨਾਂ ਆਰਗੇਨਾਈਜੇਸ਼ਨ ਦੇ ਉੱਪਰ ਹੋ ਰਿਹਾ ਉਹਨੂੰ ਰਿਡਿਊਸ ਕੀਤਾ ਜਾ ਸਕੇ। ਕਿ ਠੀਕ ਹੈ ਨਾ, ਰਿਡਕਸ਼ਨ ਇਨ ਬਜਟਰੀ ਸਪੋਰਟ ਟੂ ਪਬਲਿਕ ਐਂਟਰਪ੍ਰਾਈਜ਼ ਕਿ ਜੋ ਲਾਸ ਦੇ ਵਿੱਚ ਚੱਲ ਰਹੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਆਪਾਂ ਜਿਹੜੀ ਬਜਟ ਦੀ ਸਪੋਰਟ ਆ ਜਾਂ ਫਾਈਨੈਂਸ਼ੀਅਲ ਸਪੋਰਟ ਨੂੰ ਬੰਦ ਕਰ ਦੇਈਏ। ਇਹਦੇ ਨਾਲ ਕਿ ਗੌਰਮੈਂਟ ਦਾ ਐਕਸਪੈਂਡੀਚਰ ਰਿਡਿਊਸ ਹੋ ਜਾਏਗਾ। ਨੈਕਸਟ ਫੋਰਥ ਪੁਆਇੰਟ ਹੈ, ਟੈਕਸ ਬੇਸ ਸ਼ੁੱਡ ਬੀ ਬਰੋਡਨ। ਕਿ ਜੋ ਟੈਕਸ ਗੌਰਮੈਂਟ ਨੂੰ ਪੇ ਹੁੰਦਾ ਹੈ ਉਹਨੂੰ ਇਨਕਰੀਜ਼ ਕਰਨਾ ਚਾਹੀਦਾ। ਇਨ ਇੰਡੀਆ ਅਬਾਊਟ 2% ਆਫ ਦਾ ਪੋਪੂਲੇਸ਼ਨ ਪੇ ਇਨਕਮ ਟੈਕਸ। ਕਿ ਓਨਲੀ 2% ਪਾਪੂਲੇਸ਼ਨ ਇਨਕਮ ਟੈਕਸ ਪੇ ਕਰਦੀ ਹੈ, ਬਾਕੀ ਪੇ ਨਹੀਂ ਕਰਦੇ। ਦਾ ਟੈਕਸ ਬੇਸ ਇਜ਼ ਨੈਰੋ ਫॉर ਬੋਥ ਡਾਇਰੈਕਟ ਐਂਡ ਇਨਡਾਇਰੈਕਟ। ਡਾਇਰੈਕਟ ਮੀਨਸ ਕਿ ਜੋ ਆਪਾਂ ਆਪਣੀ ਇਨਕਮ ਦੇ ਉੱਪਰ ਡਾਇਰੈਕਟਲੀ ਪੇ ਕਰ ਸਕਦੇ ਹਾਂ, ਇਨਡਾਇਰੈਕਟ ਕਿ ਜੋ ਆਪਾਂ ਜੋ ਗੁੱਡਸ ਪਰਚੇਜ਼ ਕਰਦੇ ਹਾਂ ਉਹਨਾਂ ਦੇ ਥਰੂ ਪੇ ਕਰਦੇ ਹਾਂ। ਠੀਕ ਹੈ ਜੀ, ਟੈਕਸ ਬੇਸ ਸ਼ੁੱਡ ਬੀ ਬਰੋਡਨ ਬਾਏ ਟੈਕਸਿੰਗ ਐਗਰੀਕਲਚਰ ਇਨਕਮ। ਉਹ ਕਹਿੰਦੇ ਕਿ ਐਗਰੀਕਲਚਰ ਇਨਕਮ ਦੇ ਉੱਪਰ ਟੈਕਸ ਲਗਾਓ ਤਾਂ ਕਿ ਟੈਕਸ ਬੇਸ ਬਰੋਡਨ ਹੋ ਜਾਏ ਤੇ ਗੌਰਮੈਂਟ ਦੀ ਇਨਕਮ ਦੇ ਵਿੱਚ ਵਾਧਾ ਹੋ ਜਾਏ, ਜਿਹਦੇ ਨਾਲ ਕਿ ਗੌਰਮੈਂਟ ਆਪਣੀ ਐਕਸਪੈਂਡੀਚਰ ਕਰ ਸਕੇ। ਠੀਕ ਹੈ ਜੀ, ਫਿਫਥ ਪੁਆਇੰਟ, ਕੰਟਰੋਲ ਓਵਰ ਬਲੈਕ ਮਨੀ। ਉਹ ਕਹਿੰਦੇ ਕਿ ਬਲੈਕ ਮਾਰਕੀਟਿੰਗ ਨੂੰ ਬੰਦ ਕਰੋ। ਠੀਕ ਹੈ ਜੀ, ਜੋ ਵੀ ਮਤਲਬ ਕਿ ਆਪਣੀ ਜਿਵੇਂ ਕਿਸੇ ਕੋਲ ਬਲੈਕ ਮਨੀ ਆ ਉਹਦੇ ਲਈ ਇੱਕ ਗੌਰਮੈਂਟ ਇੱਕ ਸਕੀਮ ਲੈ ਕੇ ਆਈ ਸੀਗੀ, ਵੋਲੰਟਰੀ ਡਿਸਕਲੋਜ਼ਰ ਇਨਕਮ ਸਕੀਮ। ਠੀਕ ਹੈ ਜੀ, ਕਿਹੜੀ ਸਕੀਮ ਲੈ ਕੇ ਆਈ ਸੀ, ਵੋਲੰਟਰੀ ਡਿਸਕਲੋਜ਼ਰ ਇਨਕਮ ਸਕੀਮ। ਜਿਵੇਂ ਕਿ ਰੀਸੈਂਟਲੀ ਹੁਣ ਵੀ ਪਿੱਛੇ ਜੇ 2015 ਦੇ ਵਿੱਚ ਵੀ ਗੌਰਮੈਂਟ ਦੇ ਦੁਆਰਾ ਇਹ ਸਕੀਮ ਲੈ ਕੇ ਆਉਂਦੀ ਸੀ ਕਿ ਜਿਹਦੇ ਕੋਲ ਵੀ ਮਤਲਬ ਕਿ ਜੋ ਵੀ ਬਲੈਕ ਮਨੀ ਹੈ ਜਾਂ ਉਹਦੇ ਕੋਲ ਇਹੋ ਜਿਹਾ ਧਨ ਹੈ ਜਿਹੜਾ ਉਹਨੇ ਆਪਣੀ ਰਿਟਰਨਸ ਦੇ ਵਿੱਚ ਸ਼ੋਅ ਨਹੀਂ ਕੀਤਾ, ਉਹਨੂੰ ਸ਼ੋਅ ਕਰਕੇ ਉਹਦੇ ਉੱਪਰ 30% ਜਾਂ 20% ਟੈਕਸ ਪੇ ਕਰਕੇ ਆਪਣੀ ਉਹਨੂੰ ਵਾਈਟ ਮਨੀ ਦੇ ਵਿੱਚ ਕਨਵਰਟ ਕਰ ਸਕਦਾ ਹੈ। ਠੀਕ ਹੈ ਜੀ, ਇਹੋ ਜਿਹੀਆਂ ਸਕੀਮਸ ਲੈ ਕੇ ਆਉਣੀਆਂ ਚਾਹੀਦੀਆਂ ਤਾਂ ਕਿ ਬਲੈਕ ਮਾਰਕੀਟਿੰਗ ਨੂੰ ਬੰਦ ਕੀਤਾ ਜਾ ਸਕੇ। ਹਾਂਜੀ, 6 ਪੁਆਇੰਟ ਬੇਟਾ ਦੇਖੋ,
ਰੀਸਟਰਕਚਰਿੰਗ ਆਫ ਪਬਲਿਕ ਸੈਕਟਰ ਅੰਡਰਟੇਕਿੰਗ, ਜੋ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ ਉਹਨਾਂ ਨੂੰ ਰੀਸਟਰਕਚਰ ਕੀ ਫਿਰ ਤੋਂ ਉਹਨਾਂ ਦਾ ਪੁਨਰ ਨਿਰਧਾਰਨ ਕੀਤਾ ਜਾ ਸਕੇ ਜਾਂ ਪੁਨਰ ਨਿਰਮਾਣ ਕੀਤਾ ਜਾ ਸਕੇ, ਤਾਂ ਕਿ ਉਹਨਾਂ ਨੂੰ ਆਪਣੇ ਜੋ ਉਹ ਲਾਸ ਕਰ ਰਹੇ ਨੇ ਉਹਨਾਂ ਨੂੰ ਕਵਰ ਕਰਨ ਦੇ ਵਿੱਚ ਤੇ ਜੋ ਉਹਨਾਂ ਦੇ ਉੱਪਰ ਕਾਸਟ ਆਈ ਹੈ, ਠੀਕ ਹੈ ਜੀ, ਉਹਨੂੰ ਰਿਕਵਰ ਕੀਤਾ ਜਾ ਸਕੇ। ਜਿਵੇਂ ਕਿ ਜੋ ਵੀ ਗੌਰਮੈਂਟ ਆਰਗੇਨਾਈਜੇਸ਼ਨਸ ਨੇ, ਠੀਕ ਹੈ ਜੀ, ਉਹਨਾਂ ਦਾ ਮਤਲਬ ਕਿ ਰੀਸਟਰਕਚਰਿੰਗ ਕਰਨੀ ਚਾਹੀਦੀ ਹੈ। ਦ ਪਬਲਿਕ ਸੈਕਟਰ ਅੰਡਰਟੇਕਿੰਗ ਵਿਚ ਆਰ ਰਨਿੰਗ ਇਨਟੂ ਲਾਸਿਸ ਸ਼ੁੱਡ ਬੀ ਰੀਸਟਰਕਚਰ ਸੋ ਦੈਟ ਦੇ ਸ਼ੁੱਡ ਬੀ ਮੇਕ ਸਮ ਪ੍ਰੋਫਿਟ ਐਟ ਲੀਸਟ ਫॉर देयर ओन डेवलपमेंट ਐਂਡ देयर डिपेंडेंस ऑन गवर्नमेंट, ਠੀਕ ਹੈ ਜੀ, ਤਾਂ ਕਿ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪ੍ਰੋਫਿਟ ਕਮਾ ਸਕਣ ਤੇ ਗਵਰਨਮੈਂਟ ਦੇ ਡਿਪੈਂਡੈਂਸ ਘੱਟ ਸਕੇ, ਠੀਕ ਹੈ ਜੀ। ਬਜਟਰੀ ਰਿਸੋਰਸਿਸ ਸ਼ੁੱਡ ਬੀ ਰਿਡਿਊਸਡ, ਇਹਦੇ ਨਾਲ ਕੀ ਹੈ, ਬਜਟਰੀ ਰਿਸੋਰਸਿਸ ਉਹਦੇ ਵੱਲ ਰਿਡਿਊਸ ਹੋ ਜਾਣਗੇ, ਘੱਟ ਜਾਣਗੇ। ਫॉर ਦਿਸ ਅਪਰੋਪਰੀਏਟ ਪ੍ਰਾਈਸਿੰਗ ਪੋਲਿਸੀ ਸ਼ੁੱਡ ਬੀ ਫਰੇਮ ਟੂ ਰਿਕਵਰ ਦਾ ਐਟਲੀਸਟ ਕਾਸਟ ਆਫ ਪ੍ਰੋਡਕਸ਼ਨ, ਕਿ ਜਿੰਨੀ ਆਪਾਂ ਕਾਸਟ ਪ੍ਰੋਡਕਸ਼ਨ ਦੇ ਉੱਪਰ ਕਰ ਰਹੇ ਹਾਂ ਤਾਂ ਕਿ ਉਹ ਅਮਾਊਂਟ ਨੂੰ ਰਿਕਵਰ ਕੀਤਾ ਜਾ ਸਕੇ। ਉਹਨਾਂ ਨੂੰ ਇਸ ਤਰ੍ਹਾਂ ਨਾਲ ਹੈਲਪ ਕਰਨੀ ਚਾਹੀਦੀ ਹੈ ਕਿ ਆਪਣੀ ਮੈਨੇਜਮੈਂਟ ਪ੍ਰੋਪਰ ਕਰਨੀ ਚਾਹੀਦੀ ਹੈ ਤਾਂ ਕਿ ਉਹ ਪ੍ਰੋਫਿਟ ਦੇ ਵਿੱਚ ਆ ਸਕਣ ਜਾਂ ਜਿੰਨੀ ਆਪਣੇ ਕਾਸਟ ਆਫ ਪ੍ਰੋਡਕਸ਼ਨ ਆ ਉਹਨੂੰ ਰਿਕਵਰ ਕਰ ਸਕਣ। ਐਟ ਦੀ ਐਂਡ ਆਪਾਂ ਬੇਟਾ ਡਿਸਕਸ ਕਰਦੇ ਹਾਂ, ਕਨਕਲੂਡ ਕਰਦੇ ਹੋਏ ਵਿਦ ਦ ਅਡੋਪਟੇਸ਼ਨ ਆਫ ਦ ਵੇਰੀਅਸ ਮੇਜਰਸ ਆਫ ਰਿਡਿਊਸਿੰਗ ਪਬਲਿਕ ਐਕਸਪੈਂਡੀਚਰ, ਕਿ ਆਪਾਂ ਅਲੱਗ-ਅਲੱਗ ਮੇਜਰਸ ਯੂਜ਼ ਕਰਦੇ ਹਾਂ, ਜਾਂ ਤਾਂ ਐਕਸਪੈਂਡੀਚਰ ਘੱਟ ਕਰ ਦਈਏ ਜਾਂ ਫਿਰ ਆਪਣੇ ਜੋ ਆ ਰੈਵਨਿਊ ਉਹਨਾਂ ਨੂੰ ਇਨਕਰੀਜ਼ ਕਰ ਲਈਏ। ਦ ਬਜਟ ਡੈਫਿਸਿਟ ਕੈਨ ਰਿਡਿਊਸਡ ਅਪ ਟੂ ਕੰਸੀਡਰੇਬਲ, ਕਿ ਇੱਕ ਆਪਾਂ ਇਹਨੂੰ ਜ਼ੀਰੋ ਨਹੀਂ ਕਰ ਸਕਦੇ, ਕਿਸੇ ਇੱਕ ਲਿਮਿਟ ਤੱਕ ਇਹਨੂੰ ਆਪਾਂ ਰਿਡਿਊਸ ਕਰ ਸਕਦੇ ਹਾਂ, ਠੀਕ ਹੈ ਜੀ। 11 5 ਈਅਰ ਪਲਾਨ ਸੀਗਾ ਬੇਟਾ, ਜਿਵੇਂ ਕਿ ਹਰ ਇੱਕ ਸਾਲ ਗੌਰਮੈਂਟ 5 ਈਅਰ ਪਲਾਨ ਬਣਾਉਂਦੀ ਹੈ, ਉਹਦੇ ਪਰਪਸ ਹੁੰਦੇ ਨੇ ਕਿ ਉਹਨਾਂ ਨੇ ਕਿਹੜੇ ਟਾਰਗੇਟਸ ਅਚੀਵ ਉਹਨਾਂ ਨੂੰ ਅਚੀਵ ਕਰਨ ਦੇ ਲਈ ਵਿੱਚ ਇਹ ਵੀ ਸੀਗਾ ਕਿ ਆਪਾਂ ਜੋ ਡੈਫੀਸਿਟ ਬਜਟ ਹੈ ਉਹਦਾ ਜੋ ਦਾਇਰਾ ਹੈ ਜਾਂ ਜੋ ਲਿਮਿਟ ਹੈ ਉਹਨੂੰ ਘੱਟ ਕਰਨਾ ਹੈ, ਕਿ ਜੋ ਆਪਣਾ ਬਜਟ ਡੈਫੀਸਿਟ ਬਜਟ ਹੈ, ਮੰਨ ਲਓ ਟੋਟਲ 100 ਕਰੋੜ ਆਪਣੀ ਐਕਸਪੈਂਡੀਚਰ ਸੀਗੇ, ਇਨਕਮ 80 ਆ ਜਾਂ 20 ਕਰੋੜ ਦਾ ਡਿਫਰੈਂਸ ਰਹਿ ਗਿਆ ਨਾ, ਉਹਨੂੰ ਆਪਾਂ 20 ਕਰੋੜ ਨੂੰ ਰਿਡਿਊਸ ਕਰਨਾ ਹੈ ਅਪ ਟੂ ਕੰਸੀਡਰੇਬਲ ਐਕਸਟੈਂਟ, ਕਿ ਕਿਸੇ ਲਿਮਿਟ ਤੱਕ ਉਹਨੂੰ ਆਪਾਂ ਘਟਾ ਸਕਦੇ ਹਾਂ, ਜ਼ੀਰੋ ਇੱਕੋ ਵਾਰੀ ਤਾਂ ਜ਼ੀਰੋ ਕਰ ਨਹੀਂ ਸਕਦੇ, ਠੀਕ ਹੈ ਜੀ। ਇਸ ਕਰਕੇ ਸਟੈਪ ਬਾਏ ਸਟੈਪ ਉਹਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਤੇ ਜੋ ਬਜਟ ਡੈਫਿਸਿਟ ਤੋਂ ਪੈਸਾ ਆ ਰਿਹਾ ਵਾ, ਠੀਕ ਹੈ ਜੀ, ਜੋ ਆਪਾਂ ਉਹ ਗੈਪ ਨੂੰ ਫਿਲ ਕਰਨ ਦੇ ਲਈ ਆਪਾਂ ਪੈਸਾ ਲੈ ਕੇ ਆ ਰਹੇ ਹਾਂ, ਉਹ ਪੈਸੇ ਨੂੰ ਆਪਾਂ ਇਨਵੈਸਟਮੈਂਟ ਪਰਪਸ ਦੇ ਲਈ ਯੂਜ਼ ਕਰਨਾ ਹੈ, ਠੀਕ ਹੈ ਜੀ। ਜਿਵੇਂ ਕਿ ਲਾਸਟ ਪੁਆਇੰਟ ਦੇ ਦਿੱਤਾ ਹੈ ਕਿ ਗੋਲਡਨ ਰੂਲ ਆਫ ਪਬਲਿਕ ਫਾਈਨਾਂਸ, ਇਟ ਮੀਨਸ ਬੋਰਵਿੰਗ ਬਾਏ ਦ ਗੌਰਮੈਂਟ ਸ਼ੁੱਡ ਬੀ ਯੂਜ਼ਡ ਓਨਲੀ ਫॉर ਇਨਵੈਸਟਮੈਂਟ ਪਰਪਸ, ਨਾਟ ਟੂ ਮੀਟ ਦਾ ਐਕਸੈਸ ਕਰੰਟ ਐਕਸਪੈਂਡੀਚਰ, ਕਿ ਇਹ ਨਹੀਂ ਕਿ ਆਪਾਂ ਨੋਰਮਲ ਐਕਸਪੈਂਡੀਚਰ ਦੇ ਉੱਪਰ ਲਗਾਈਏ, ਉਹਨੂੰ ਆਪਾਂ ਇਨਵੈਸਟਮੈਂਟ ਪਰਪਸ ਦੇ ਲਈ ਯੂਜ਼ ਕਰਨਾ ਹੈ, ਠੀਕ ਹੈ ਜੀ। ਇਹ ਸੀਗਾ ਬੇਟਾ ਆਪਣਾ ਡੈਫਿਸਿਟ ਬਜਟਿੰਗ ਫੁੱਲ ਫਲੈਜ ਟੌਪਿਕ, ਇਹਨੂੰ ਤੁਸੀਂ ਪ੍ਰੋਪਰਲੀ ਲਰਨ ਕਰਨਾ ਹੈ, ਆਪਣੀ ਕਾਪੀ 'ਤੇ ਰਾਈਟ ਕਰਨਾ ਹੈ। ਓਕੇ, ਥੈਂਕ ਯੂ ਬੇਟਾ।